हाँ जी, ਅੱਜ ਆਪਾਂ ਸੀਟੈਟ ਪੇਪਰ 2 ਵਿੱਚ ਹਿਸਟਰੀ ਦੇ ਆਏ ਹੋਏ MCQ ਕਰਾਂਗੇ, ਜਿਹੜਾ 21 ਜਨਵਰੀ 2024 ਨੂੰ ਪੇਪਰ ਹੋਇਆ ਸੀ ਸੰਡੇ ਨੂੰ। ਤਾਂ ਇਸ ਵਿੱਚ ਜਿਹੜਾ ਹਿਸਟਰੀ ਦਾ ਪਹਿਲਾ MCQ ਆਇਆ ਸੀਗਾ ਉਹ ਸੀ ਪੇਰੀਆ ਪੂਰਨਮ ਇੱਕ ਤਾਮਿਲ ਕਿਰਤੀ ਹੈ, ਇਸ ਤੋਂ ਕਿਸ ਦੀ ਜਾਣਕਾਰੀ ਮਿਲਦੀ ਹੈ। ਜਿਹੜਾ ਪੇਰੀਆ ਪੂਰਨਮ ਹੈਗਾ ਇਹ ਤਾਮਿਲ ਕਵੀ ਸੀਗਾ ਜਿਸ ਦਾ ਨਾਂ ਸੀ ਸਕਿਲਹਰ, ਉਸ ਦੀ ਰਚਨਾ ਹੈਗੀ ਆ। ਤੇ ਇਸ ਵਿੱਚ ਉਸਨੇ 63 ਵਿਦਵਾਨਾਂ ਅਤੇ ਕਵੀਆਂ ਬਾਰੇ ਗੱਲ ਕੀਤੀ ਹੈਗੀ ਹੈ, ਜਿਹੜੇ ਸ਼ੈਵ ਧਰਮ ਦੇ ਵਿਦਵਾਨ ਸੀਗੇ ਉਹਨਾਂ ਬਾਰੇ ਗੱਲ ਕੀਤੀ ਹੈਗੀ ਆ। ਤਾਂ ਇਸ ਦਾ ਜਿਹੜਾ ਆਪਸ਼ਨ ਸੀ ਵਿਦਵਾਨ ਤੇ ਕਵੀ, ਉਹ ਆਪਸ਼ਨ ਬਿਲਕੁਲ ਸਹੀ ਸੀਗੀ। ਅਗਲਾ ਆਪਣਾ MCQ ਹੈ ਇਸਤਰੀ ਪੁਰਸ਼ ਤੁਲਨਾ ਨਾਮਕ ਪੁਸਤਕ ਦੀ ਰਚਨਾ ਕਿਸ ਨੇ ਕੀਤੀ। ਇਸਤਰੀ ਪੁਰਸ਼ ਤੁਲਨਾ ਜਿਹੜੀ ਬੁੱਕ ਸੀਗੀ 1882 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਸੀ ਤੇ ਮਰਾਠੀ ਭਾਸ਼ਾ ਵਿੱਚ ਸੀਗੀ, ਤੇ ਇਸ ਦੀ ਜਿਹੜੀ ਰਚਨਾ ਕੀਤੀ ਸੀ ਉਹ ਤਾਰਾਬਾਈ ਸ਼ਿੰਦੇ ਨੇ ਕੀਤੀ ਸੀ। ਤੇ ਇਸ ਵਿੱਚ ਤਾਰਾਬਾਈ ਸ਼ਿੰਦੇ ਜੀ ਨੇ ਇਸਤਰੀ ਸੀਗੇ ਤਾਰਾਬਾਈ ਸ਼ਿੰਦੇ, ਤੇ ਇਸ ਵਿੱਚ ਤਾਰਾਬਾਈ ਸ਼ਿੰਦੇ ਨੇ ਔਰਤ ਤੇ ਮਰਦ ਦੇ ਵਿਚਕਾਰ ਜਿਹੜੇ ਸਮਾਜਿਕ ਭੇਦਭਾਵ ਹੈਗੇ ਆ ਉਹਨਾਂ ਬਾਰੇ ਗੱਲ ਕੀਤੀ ਹੈਗੀ ਆ। ਅਗਲਾ MCQ ਜਿਹੜਾ ਇਸ ਪੇਪਰ ਵਿੱਚ ਆਇਆ ਸੀ ਉਹ ਕਥਨ ਤੇ ਕਾਰਨ ਦਾ ਸੀਗਾ। ਦਾਦਾ ਭਾਈ ਨਰੌਂਜੀ ਜੋ ਕਿ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਕਸ਼ ਕਦੇ ਵੀ ਨਹੀਂ ਬਣੇ, ਇਹ ਗੱਲ ਬਿਲਕੁਲ ਗਲਤ ਸੀਗੀ। ਦੂਸਰੇ ਆਪਸ਼ਨ ਵਿੱਚ ਕਥਨ ਵਿੱਚ ਕਾਰਨ ਵਿੱਚ ਇਹਨਾਂ ਨੇ ਲਿਖਿਆ ਸੀ ਉਹ ਕਿੱਤੇਕਾਰ ਤੇ ਪ੍ਰਚਾਰਕ ਸਨ ਤੇ ਉਹ ਲੰਦਨ ਵਿੱਚ ਰਹਿੰਦੇ ਹੋਏ ਕੁਝ ਸਮੇਂ ਲਈ ਬ੍ਰਿਟਿਸ਼ ਸੰਸਦ ਦੇ ਮੈਂਬਰ ਰਹੇ, ਇਹ ਗੱਲ ਬਿਲਕੁਲ ਸਹੀ ਹੈਗੀ ਹੈ। ਤੇ ਇਸ ਵਿੱਚ ਕੀ ਬਣਨਾ ਸੀ, ਆ A ਸੀਗੀ ਤੇ ਆ ਸੀ B, ਤਾਂ ਇਸ ਵਿੱਚ ਬਣਨਾ ਸੀਗਾ A ਗਲਤ ਹੈ ਅਤੇ B ਸਹੀ ਹੈ। ਦਾਦਾ ਭਾਈ ਨੌਰੋਜੀ ਜੀ 3 ਵਾਰ ਭਾਰਤੀ ਰਾਸ਼ਟਰੀ ਕਾਂਗਰਸ ਦੇ ਅਧਿਕਸ਼ ਬਣੇ ਸੀ, 1886 ਈਸਵੀ ਵਿੱਚ, 1893 ਈਸਵੀ ਵਿੱਚ ਤੇ ਇੱਕ 1906 ਈਸਵੀ ਵਿੱਚ। ਅਗਲਾ MCQ ਜਿਹੜਾ ਇਸ ਪੇਪਰ ਵਿੱਚ ਆਇਆ ਹੋਇਆ ਸੀ ਉਹ ਸੀਗਾ 1929 ਈਸਵੀ ਵਿੱਚ ਬਾਲ ਵਿਆਹ ਵਿਰੋਧੀ ਐਕਟ ਪਾਸ ਕੀਤਾ ਗਿਆ, ਇਸ ਵਿੱਚ ਆਦਮੀ ਤੇ ਮਹਿਲਾ ਦੇ ਸ਼ਾਦੀ ਦੀ ਉਮਰ ਕੀ ਸੀ। 1929 ਈਸਵੀ ਦਾ ਜਿਹੜਾ ਐਕਟ ਸੀਗਾ ਇਹ ਇਸ ਨੂੰ ਸਾਰਦਾ ਐਕਟ ਵੀ ਕਿਹਾ ਜਾਂਦਾ ਹੈਗਾ, ਤੇ ਇਸ ਵਿੱਚ ਜਿਹੜੀ ਉਮਰ ਸੀਗੀ ਆਦਮੀ ਦੀ ਉਮਰ ਤਾਂ ਸੀਗੀ 18 ਸਾਲ ਤੇ ਇਸਤਰੀ ਦੀ ਉਮਰ ਵੈਸੇ ਤਾਂ ਐਕਟ ਦੇ ਅਨੁਸਾਰ ਤਾਂ 14 ਸਾਲ ਸੀ, ਪਰੰਤੂ ਇੱਥੇ ਆਪਸ਼ਨਾਂ ਵਿੱਚ 16 ਸਾਲ ਲਿਖਿਆ ਹੋਇਆ ਸੀ, ਤਾਂ ਇਹ ਆਪਸ਼ਨ ਸਹੀ ਹੋਵੇਗੀ 18 ਸਾਲ ਤੇ 16 ਸਾਲ। ਕਣਕ ਅਤੇ ਜੌਂ ਵਰਗੀ ਫਸਲ ਉਗਾਉਣ ਦੇ ਸਰਵਪ੍ਰਥਮ ਅਵਸ਼ੇਸ਼ ਕਿਸ ਤੋਂ ਮਿਲੇ ਹਨ। ਇਹ ਅਵਸ਼ੇਸ਼ ਮਿਲੇ ਹੈਗੇ ਆ ਸਭ ਤੋਂ ਪਹਿਲਾਂ 8000 ਸਾਲ ਪਹਿਲਾਂ ਮਿਲੇ ਸੀਗੇ, ਇਹ ਮਿਲੇ ਸੀਗੇ ਸੁਲੇਮਾਨ ਤੇ ਕਿਰਥਰ ਦੀਆਂ ਪਹਾੜੀਆਂ ਤੋਂ। ਜੇ ਸਿੱਧੂ ਘਾਟੀ ਸਭਿਅਤਾ ਦੇ ਸਮੇਂ ਪੁੱਛ ਲੈਂਦੇ ਤਾਂ ਮੇਰਗੜ੍ਹ ਤੋਂ ਮਿਲੇ ਸੀਗੇ ਕਣਕ ਤੇ ਜੌਂ ਵਰਗੀ ਫਸਲਾਂ ਦੇ ਉਗਾਉਣ ਦੇ ਅਵਸ਼ੇਸ਼, ਤਾਂ ਇਹ ਆਪਸ਼ਨ ਇਸ ਦੀ ਸਹੀ ਸੀਗੀ ਸੁਲੇਮਾਨ ਤੇ ਕਿਰਥਾਰ ਦੀਆਂ ਪਹਾੜੀਆਂ। ਅਗਲਾ ਆਪਣਾ MCQ ਕਥਨ ਤੇ ਕਾਰਨ ਵਾਲਾ ਸੀ। 1960 ਈਸਵੀ ਵਿੱਚ ਦੋਭਾਸ਼ੀ ਬੰਬੇ ਪ੍ਰਾਂਤ ਨੂੰ ਮਰਾਠੀ ਤੇ ਗੁਜਰਾਤੀ ਭਾਸ਼ਾ ਲੋਕਾਂ ਦੇ ਲਈ ਦੋ ਅਲੱਗ-ਅਲੱਗ ਰਾਜਾਂ ਵਿੱਚ ਵੰਡਿਆ ਗਿਆ। ਇਹ ਗੱਲ ਬਿਲਕੁਲ ਸਹੀ ਹੈਗੀ ਆ, ਕਿਉਂਕਿ ਜਿਹੜਾ ਬੰਬੇ ਸੀਗਾ ਉਸ ਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ, ਇੱਕ ਮਰਾਠੀ ਮਹਾਰਾਸ਼ਟਰ 'ਚ, ਇੱਕ ਗੁਜਰਾਤੀ ਗੁਜਰਾਤ ਵਿੱਚ, ਦੋ ਭਾਗਾਂ ਵਿੱਚ ਵੰਡਿਆ ਗਿਆ ਸੀ। ਕਾਰਨ ਵਿੱਚ 1966 ਈਸਵੀ ਵਿੱਚ ਪੰਜਾਬ ਨੂੰ ਵੀ ਦੋ ਭਾਗਾਂ ਵਿੱਚ ਵੰਡਿਆ ਗਿਆ ਸੀ, ਇੱਕ ਪੰਜਾਬ ਤੇ ਇੱਕ ਹਰਿਆਣਾ ਹਿੰਦੀ ਬੋਲਦੇ ਤੇ ਇੱਕ ਪੰਜਾਬੀ ਬੋਲਦੇ ਭਾਗਾਂ ਵਿੱਚ ਵੰਡਿਆ ਗਿਆ ਸੀ, ਇਹ ਆਪਸ਼ਨ ਵੀ ਬਿਲਕੁਲ ਸਹੀ ਹੈਗੀ ਆ। ਤਾਂ ਇਸ ਵਿੱਚ ਜਿਹੜਾ ਸਹੀ ਆਨਸਰ ਬਣਨਾ ਸੀ ਉਹ ਬਣਨਾ ਸੀ A, ਆ A ਸੀਗੀ ਤੇ ਆ ਸੀ B, A ਤੇ B ਦੋਵੇਂ ਸਹੀ ਹਨ, ਤੇ ਜਿਹੜਾ B ਹੈਗਾ ਉਹ A ਦੀ ਵਿਆਖਿਆ ਕਰ ਰਹਾ ਹੈ, ਇਹ ਵੀ ਲਿਖਿਆ ਹੋਇਆ ਸੀ ਤੇ ਇਹ ਵੀ ਸਹੀ ਹੈ। ਅਗਲਾ ਆਪਣਾ MCQ ਹੈਗਾ 1970 ਈਸਵੀ ਵਿੱਚ ਬੰਗਾਲ ਵਿੱਚ ਇੱਕ ਭਿਅੰਕਰ ਅਕਾਲ ਨੇ ਲਗਭਗ 1 ਕਰੋੜ ਲੋਕਾਂ ਨੂੰ ਮਾਰ ਦਿੱਤਾ, ਇਹ ਬਿਲਕੁਲ ਸਹੀ ਸੀ। ਬੰਗਾਲ ਵਿੱਚ ਇੱਕ ਅਕਾਲ ਪਿਆ ਸੀ 1770 ਈਸਵੀ ਵਿੱਚ, ਇਸ ਵਿੱਚ 1 ਕਰੋੜ ਤੋਂ ਵੱਧ ਲੋਕ ਮਾਰੇ ਗਏ ਸੀ, ਇਹ ਗੱਲ ਬਿਲਕੁਲ ਸਹੀ ਹੈਗੀ ਆ। ਤੇ ਕਾਰਨ ਵਿੱਚ ਕੀ ਲਿਖਿਆ ਸੀਗਾ B ਭਾਗ 'ਚ, ਇਸ ਅਕਾਲ ਵਿੱਚ ਬੰਗਾਲ ਦੀ 1/3 ਆਬਾਦੀ ਖਤਮ ਹੋ ਗਈ ਸੀ, ਇਹ ਗੱਲ ਵੀ ਬਿਲਕੁਲ ਸਹੀ ਹੈਗੀ ਆ। ਤੇ ਇਹਦਾ ਆਪਸ਼ਨ ਕੀ ਬਣਨਾ ਸੀਗਾ A ਅਤੇ B
ਦੋਵੇਂ ਸਹੀ ਹਨ। ਇਸ ਦਾ ਬਿਲਕੁਲ ਸਹੀ ਆਨਸਰ ਸੀਗਾ। ਅਗਲਾ ਜਿਹੜਾ MCQ ਆਇਆ ਸੀਗਾ ਹਿਸਟਰੀ ਦਾ ਸੀਟੈਟ ਪੇਪਰ 2 ਚ, ਉਹ ਸੀ ਵੇਦ ਸਮਾਜ ਦੀ ਸਥਾਪਨਾ 1864 ਈਸਵੀ ਵਿੱਚ ਮਦਰਾਸ ਵਿੱਚ ਹੋਈ ਸੀ। ਇਹ ਗੱਲ ਬਿਲਕੁਲ ਸਹੀ ਹੈਗੀ ਆ। ਇਸ ਦੀ ਸਥਾਪਨਾ ਕਿਸ ਨੇ ਕੀਤੀ ਸੀ? ਵੇਦ ਸਮਾਜ ਦੀ ਸਥਾਪਨਾ ਜਿਹੜੀ ਕੀਤੀ ਸੀ ਉਹ ਕੀਤੀ ਸੀ ਕੇਸ਼ਵ ਚੰਦਰ ਸੈਨ ਨੇ। ਤੇ ਅਗਲਾ ਬੀਚ ਸੀਗਾ, ਇਹ ਆਰੀਆ ਸਮਾਜ ਤੋਂ ਪ੍ਰੇਰਿਤ ਸੀ। ਇਹ ਬਿਲਕੁਲ ਗਲਤ ਗੱਲ ਹੈਗੀ ਆ, ਕਿਉਂਕਿ ਆਰੀਆ ਸਮਾਜ ਤੋਂ ਪ੍ਰੇਰਿਤ ਨਹੀਂ ਸੀ, ਇਹ ਤਾਂ ਬ੍ਰਾਹਮਣੋ ਸਮਾਜ ਤੋਂ ਪ੍ਰੇਰਿਤ ਸੀ। ਰਾਜਾ ਰਾਮ ਮੋਹਨ ਰਾਏ ਨੇ ਬ੍ਰਾਹਮਣੋ ਸਮਾਜ ਦੀ ਸਥਾਪਨਾ ਕੀਤੀ ਸੀ ਅਗਸਤ 1828 ਈਸਵੀ ਵਿੱਚ ਕਲਕੱਤਾ ਵਿੱਚ। ਤਾਂ ਇਸ ਦਾ ਕੀ ਬਣਨਾ ਸੀ? ਇਹ ਸਹੀ ਹੈ, ਪਰੰਤੂ ਬੀ ਗਲਤ ਹੈ। ਇਹ ਆਪਸ਼ਨ ਸਹੀ ਸੀਗੀ। ਅਗਲਾ ਜਿਹੜਾ MCQ ਆਇਆ ਸੀ ਉਹ ਆਇਆ ਸੀ 1817 ਈਸਵੀ ਵਿੱਚ ਜੇਮਸ ਮਿਲ ਨੇ ਇਹ ਹਿਸਟਰੀ ਆਫ ਬ੍ਰਿਟਿਸ਼ ਇੰਡੀਆ ਬੁੱਕ ਲਿਖੀ ਸੀ ਤੇ ਇਸ ਨੂੰ 3 ਭਾਗਾਂ ਵਿੱਚ ਲਿਖਿਆ ਸੀਗਾ। ਇਹ ਗੱਲ ਬਿਲਕੁਲ ਸਹੀ ਹੈਗੀ ਆ। ਇਸ ਵਿੱਚ ਉਹਨਾਂ ਨੇ ਭਾਰਤੀ ਇਤਿਹਾਸ ਨੂੰ 3 ਕਾਲਾਂ ਵਿੱਚ ਵੰਡਿਆ ਹੈਗਾ। ਕਿਹੜੇ ਕਾਲ 'ਚ? ਪ੍ਰਾਚੀਨ, ਮੱਧਕਾਲੀਨ ਤੇ ਆਧੁਨਿਕ। ਇਹ ਗੱਲ ਬਿਲਕੁਲ ਗਲਤ ਹੈਗੀ ਆ। ਉਹਨਾਂ ਨੇ 3 ਭਾਗਾਂ ਵਿੱਚ ਤਾਂ ਵੰਡਿਆ ਸੀ ਇਸ ਪੁਸਤਕ ਨੂੰ, ਪਰੰਤੂ ਉਹ ਜਿਹੜੇ ਭਾਗ ਸੀਗੇ ਉਹ ਕਿਹੜੇ ਸੀਗੇ? ਹਿੰਦੂ, ਮੁਸਲਮ ਅਤੇ ਬ੍ਰਿਟਿਸ਼। ਇਹ 3 ਭਾਗਾਂ ਵਿੱਚ ਵੰਡਿਆ ਹੋਇਆ ਸੀ। ਤਾਂ ਇਸ ਵਿੱਚ ਕੀ ਬਣਨਾ ਸੀਗਾ? A ਸਹੀ ਹੈ ਤੇ B ਗਲਤ ਹੈ। ਇਹ ਆਪਸ਼ਨ ਬਿਲਕੁਲ ਸਹੀ ਸੀ ਇਸ ਦੀ। ਅਗਲਾ MCQ ਹੈਗਾ ਜਿਹੜਾ ਇਸ ਪੇਪਰ ਵਿੱਚ ਆਇਆ ਸੀ ਉਹ ਸੀਗਾ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ, ਜਿਸ ਨੂੰ HSRA ਕਿਹਾ ਜਾਂਦਾ ਹੈ, ਦੇ ਬਾਰੇ ਵਿੱਚ ਕਿਹੜਾ ਕਥਨ ਸਹੀ ਨਹੀਂ ਹੈ? ਗਲਤ ਕਥਨ ਭਾਲਣਾ ਸੀਗਾ। ਇਸ ਵਿੱਚ 4 ਕਥਨ ਦਿੱਤੇ ਹੋਏ ਸੀਗੇ। ਇੱਕ ਤਾਂ ਦਿੱਤਾ ਹੋਇਆ ਸੀ ਕਿ ਇਸ ਗਰੁੱਪ ਦੇ ਜਿਹੜੇ ਕ੍ਰਾਂਤੀਕਾਰੀ ਸੀਗੇ ਉਹਨਾਂ ਨੇ ਸਾਂਡਰਸ ਨੂੰ ਮਾਰਿਆ ਸੀ। ਇਹ ਗੱਲ ਬਿਲਕੁਲ ਸਹੀ ਸੀਗੀ। ਦੂਜੇ ਭਾਗ ਵਿੱਚ ਭਗਤ ਸਿੰਘ ਤੇ ਹੋਰ ਕ੍ਰਾਂਤੀਕਾਰੀਆਂ ਨੇ ਇਸ ਸੰਸਥਾ ਦੀ ਸਥਾਪਨਾ ਕੀਤੀ ਸੀ। ਇਹ ਵੀ ਗੱਲ ਬਹੁਤ ਸਹੀ ਸੀਗੀ। ਤੀਜੇ ਨੰਬਰ ਤੇ ਇਹਨਾਂ ਨੇ ਲਿਖਿਆ ਸੀ 1928 ਈਸਵੀ ਵਿੱਚ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਵਿੱਚ ਇਸ ਦੀ ਸਥਾਪਨਾ ਕੀਤੀ ਗਈ ਸੀ। ਇਹ ਵੀ ਗੱਲ ਸਹੀ ਸੀ। ਤੇ ਚੌਥੇ ਆਪਸ਼ਨ ਵਿੱਚ ਲਿਖਿਆ ਗਿਆ ਸੀ 1928 ਈਸਵੀ ਵਿੱਚ ਇਸ ਦੀ ਸਥਾਪਨਾ ਅੰਮ੍ਰਿਤਸਰ ਪੰਜਾਬ ਵਿੱਚ ਕੀਤੀ ਗਈ ਸੀ। ਤਾਂ ਇਹ ਆਪਸ਼ਨ ਗਲਤ ਸੀਗੀ, ਕਿਉਂਕਿ ਇਸ ਦੀ ਸਥਾਪਨਾ ਅੰਮ੍ਰਿਤਸਰ ਵਿੱਚ ਨਹੀਂ ਕੀਤੀ ਗਈ ਸੀ। ਤਾਂ ਜਿਹੜੀ ਚੌਥੀ ਆਪਸ਼ਨ ਸੀਗੀ ਉਹ ਇਸ ਸਵਾਲ ਦਾ ਸਹੀ ਆਨਸਰ ਸੀਗਾ ਕਿ 1928 ਈਸਵੀ ਵਿੱਚ ਇਸ ਦੀ ਸਥਾਪਨਾ ਪੰਜਾਬ ਵਿੱਚ ਹੋਈ ਸੀ। ਇਹ ਗਲਤ ਸੀਗਾ ਆਪਸ਼ਨ ਇਸ ਦੀ। ਅਗਲਾ ਆਪਣਾ MCQ ਇਹਦੇ ਵਿੱਚ ਕਥਨਕਾਰ ਨਹੀਂ ਪਾਇਆ ਸੀਗਾ। ਸ਼ਾਹਜਹਾਨ ਦੇ ਸ਼ਾਸਨ ਕਾਲ ਵਿੱਚ ਮੁਗਲ ਵਸਤੂ ਕਲਾ ਦੇ ਵਿਭਿੰਨ ਤੱਤ ਇੱਕ ਸ਼ਾਨਦਾਰ ਸਮੇਲ ਸੰਸਲੇਸ਼ਨ ਦੇ ਅਧੀਨ ਲਿਆਂਦੇ ਗਏ। ਇਹ ਗੱਲ ਬਿਲਕੁਲ ਸਹੀ ਹੈਗੀ ਹੈ। ਸ਼ਾਹਜਹਾਨ ਦੇ ਕਾਲ ਨੂੰ ਕੀ ਕਿਹਾ ਜਾਂਦਾ ਹੈਗਾ? ਮੁਗਲ ਕਾਲ ਦਾ 골ਡਨ ਪੀਰੀਅਡ ਕਹਾ ਜਾਂਦਾ ਹੈ, ਕਿਉਂਕਿ ਇਸ ਕਾਲ ਵਿੱਚ ਕਈ ਇਮਾਰਤਾਂ ਦੀ ਸਥਾਪਨਾ ਕੀਤੀ ਗਈ ਸੀ, ਜਿਵੇਂ ਤਾਜ ਮਹਿਲ, ਜਿਸ ਦਾ ਉਸਤਾਦ ਅਹਿਮਦ ਲਾਹੌਰੀ ਉਸਤਾਦ ਨੇ ਉਸ ਦਾ ਡਿਜ਼ਾਈਨ ਤਿਆਰ ਕੀਤਾ ਸੀਗਾ, ਜਿਹੜਾ ਅਫਗਾਨਿਸਤਾਨ ਨਾਲ ਸੰਬੰਧ ਰੱਖਦਾ ਸੀਗਾ। ਤੇ ਕਾਫੀ ਕੁਝ ਸ਼ਾਹਜਹਾਨ ਨੇ ਕੀਤਾ ਸੀ, ਕਈ ਇਮਾਰਤਾਂ ਦੀ ਸਥਾਪਨਾ ਕਰਵਾਈ ਸੀ ਇਹਨਾਂ ਨੇ। ਕਾਰਨ 'ਚ ਉਹਨਾਂ ਦੇ ਸ਼ਾਸਨ ਕਾਲ ਵਿੱਚ ਦਿੱਲੀ ਤੇ ਆਗਰਾ ਵਿੱਚ ਨਿਰਮਾਣ ਕਾਰਜ ਭਾਰੀ ਸੰਖਿਆ ਵਿੱਚ ਚੱਲਦੇ ਰਹੇ। ਇਹ ਗੱਲ ਬਿਲਕੁਲ ਸਹੀ ਹੈਗੀ ਹੈ, ਕਿਉਂਕਿ ਇਹਨਾਂ ਨੇ ਜ਼ਿਆਦਾਤਰ ਜਿਹੜਾ ਕੰਮ ਕਰਵਾਇਆ ਸੀਗਾ ਇਮਾਰਤਾਂ ਦਾ ਉਹ ਦਿੱਲੀ ਤੇ ਆਗਰਾ ਵਿੱਚ ਹੀ ਕਰਵਾਇਆ ਸੀ। ਤਾਂ ਬਿਲਕੁਲ ਸਹੀ ਹੈਗਾ A ਅਤੇ B ਜਿਹੜਾ ਆਪਸ਼ਨ ਸੀਗਾ ਸਹੀ ਹੈਗਾ, ਤੇ ਜਿਹੜਾ B ਹੈਗਾ ਉਹ A ਦੀ ਵਿਆਖਿਆ ਕਰ ਰਿਹਾ ਹੈ। ਇਹ ਵੀ ਗੱਲ ਸਹੀ ਸੀਗੀ। ਅਗਲਾ ਆਪਣਾ MCQ ਹੈਗਾ ਤੇ ਇਸ ਵਿੱਚ ਲਾਸਟ MCQ ਹੈਗਾ ਹਿਸਟਰੀ ਦਾ, ਉਹ ਸੀਗਾ ਮਹਿਲਵਾੜੀ, ਜੋ ਕਿ ਰਾਜਸੀ ਵਸੂਲੀ ਵਿਵਸਥਾ ਸੀ ਦੀ ਸ਼ੁਰੂਆਤ ਹਾਲਟ ਮੈਕੈਂਜੀ ਨੇ ਕੀਤੀ ਸੀ। ਇਹ ਗੱਲ ਬਿਲਕੁਲ ਸਹੀ ਹੈਗੀ ਆ, ਕਿਉਂਕਿ ਮਹਿਲਵਾੜੀ ਵਿਵਸਥਾ ਜਿਹੜੀ ਸੀਗੀ ਉਹ 1822 ਈਸਵੀ ਵਿੱਚ ਸ਼ੁਰੂ ਕੀਤੀ ਗਈ ਸੀ। ਅੰਗਰੇਜ਼ਾਂ ਦੁਆਰਾ 3 ਵਿਵਸਥਾਵਾਂ ਕੀਤੀਆਂ ਗਈਆਂ ਸੀ ਭੂਮੀਕਰ ਸੰਬੰਧੀ। ਇੱਕ ਪਹਿਲੀ ਸਥਾਈ ਬੰਦੋਬਸਤ ਸੀ ਜਿਹੜੀ ਕਾਰਨਵਾਲਿਸ ਨੇ 1793 ਈਸਵੀ ਵਿੱਚ ਕੀਤੀ ਸੀ। ਦੂਜੀ ਰਹਿਤਵਾੜੀ ਪ੍ਰਣਾਲੀ ਸੀ ਜਿਹੜੀ 1820 ਈਸਵੀ ਵਿੱਚ ਸਰ ਥਾਮਸ ਨੇ ਸ਼ੁਰੂ ਕੀਤੀ ਸੀ, ਜਿਹੜਾ ਕਿ ਮਦਰਾਸ ਦਾ ਗਵਰਨਰ ਵੀ ਰਿਹਾ ਸੀਗਾ। ਤੇ ਜਿਹੜੀ ਤੀਜੀ ਵਿਵਸਥਾ ਸੀ ਮਹਿਲਵਾੜੀ, ਉਹ ਹਾਲਟ ਮੈਕੈਂਜੀ ਨੇ ਸ਼ੁਰੂ ਕੀਤੀ ਸੀ। ਗੱਲ ਬਿਲਕੁਲ ਸਹੀ ਹੈਗੀ ਹੈ। ਇਸ ਦੇ ਕਾਰਨ ਵਿੱਚ ਲਿਖਿਆ ਹੈ ਰਾਜਸਵ ਵਸੂਲੀ ਅਤੇ ਕੰਪਨੀ ਤੱਕ ਇਸ ਨੂੰ ਪਹੁੰਚਾਉਣ ਦੀ ਜ਼ਿੰਮੇਵਾਰੀ ਪਿੰਡ ਦੇ ਪ੍ਰਧਾਨ ਨੂੰ ਦਿੱਤੀ ਗਈ ਸੀ, ਨਾ ਕਿ ਜ਼ਿਮੀਂਦਾਰ ਨੂੰ। ਇਹ ਗੱਲ ਬਿਲਕੁਲ ਸਹੀ ਹੈਗੀ ਆ,
ਕਿਉਂਕਿ ਇਸ ਵਿੱਚ ਜਿਹੜਾ ਸਾਰਾ ਪ੍ਰਬੰਧ ਕੀਤਾ ਜਾਂਦਾ ਸੀ ਉਹ ਪਿੰਡ ਦੇ ਪ੍ਰਧਾਨ ਨੂੰ ਦਿੱਤਾ ਜਾਂਦਾ ਸੀ, ਨਾ ਕਿ ਜ਼ਿਮੀਂਦਾਰ ਨੂੰ। ਜਿਹੜੀ ਕਾਰਨਵਾਲਿਸ ਨੇ ਸ਼ੁਰੂ ਕੀਤੀ ਸੀਗੀ ਸਥਾਈ ਬੰਦੋਬਸਤ, ਜਿਸ ਨੂੰ ਪਰਮਾਨੈਂਟ ਸੈਟਲਮੈਂਟ ਕਿਹਾ ਜਾਂਦਾ ਹੈਗਾ, ਉਸ ਵਿੱਚ ਜ਼ਿਮੀਂਦਾਰਾਂ ਨੂੰ ਸਾਰਾ ਕੁਝ ਦਿੱਤਾ ਜਾਂਦਾ ਸੀ, ਪਰੰਤੂ ਇਸ ਵਿੱਚ ਪਿੰਡ ਦੇ ਪ੍ਰਧਾਨ ਨੂੰ ਦਿੱਤਾ ਜਾਂਦਾ ਸੀ। ਤਾਂ ਇਸ ਵਿੱਚ ਕੀ ਸੀਗਾ, ਇਹਦੇ ਵਿੱਚ A ਤੇ B ਦੋਵੇਂ ਆਪਸ਼ਨਾਂ ਕੀ ਸੀਗੀਆਂ, ਰਾਈਟ ਸੀਗੀਆਂ, ਤੇ ਜਿਹੜੀ B ਸੀਗੀ ਉਹ A ਦੀ ਕੀ ਕਰ ਰਹੀ ਸੀ, ਵਿਆਖਿਆ ਕਰ ਰਹੀ ਸੀ। ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ। ਥੈਂਕਸ ਫॉर ਵਾਚਿੰਗ ਵੀਡੀਓ।